ਸਾਰੇ ਹੀ ਵਿਦਿਆਰਥੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਤੋਂ ਮਾफ़ੀ ਚਾਹੁੰਦਾ ਹਾਂ। ਮੇਰੀ ਤਬੀਅਤ ਥੋੜ੍ਹੀ ਠੀਕ ਨਹੀਂ ਸੀ, ਇਸ ਕਰਕੇ ਮੈਂ ਅਗਲੇ ਲੈਸਨ ਦੀਆਂ ਵੀਡੀਓ ਜਲਦੀ ਅਪਲੋਡ ਨਹੀਂ ਕਰ ਸਕਿਆ। ਸੋ ਹੁਣ ਅੱਗੇ ਤੋਂ ਜਲਦ ਜਿੰਨਾ ਵੀ ਸਿਲੇਬਸ ਬਚਿਆ ਹੋਇਆ ਹੈ ਉਹਦੀਆਂ ਵੀਡੀਓ ਅਪਲੋਡ ਕਰ ਦਿੱਤੀਆਂ ਜਾਣਗੀਆਂ। ਕਈ ਬੱਚਿਆਂ ਦੇ ਕਮੈਂਟਸ ਵੀ ਆ ਰਹੇ ਸੀ ਕਿ ਸਰ ਸਿਲੇਬਸ ਬਹੁਤ ਜ਼ਿਆਦਾ ਹੈ, ਵੀਡੀਓ ਜਲਦੀ ਅਪਲੋਡ ਕਰੋ। ਤਾਂ ਮੈਂ ਇੱਕ ਵਾਰ ਫਿਰ ਤੋਂ ਸੌਰੀ ਮੰਗਦਾ ਹਾਂ। ਬਾਕੀ ਜਿੰਨੇ ਵੀ ਬਚੇ ਹੋਏ ਲੈਸਨ ਹੈ ਬਹੁਤ ਜਲਦੀ ਹੀ ਉਹਨਾਂ ਦੀ ਵੀਡੀਓ ਅਪਲੋਡ ਕਰ ਦੇਵਾਂਗਾ। ਪੰਜਾਬੀ ਦੇ ਵਿੱਚ ਆਪਣਾ 9ਵਾਂ ਲੈਸਨ ਚੱਲ ਰਿਹਾ ਸੀ ਧਨੀ ਰਾਮ ਚਾਰਿਤ੍ਰਿਕ ਵਾਲਾ। ਉਹਦੇ ਵਿੱਚ ਆਪਣੀਆਂ 2 ਕਵਿਤਾਵਾਂ ਹੋ ਗਈਆਂ ਸੀ, ਬੋਲੀ ਹੈ ਪੰਜਾਬੀ ਸਾਡੀ ਅਤੇ ਸੁਖੀ ਜੀਵਨ ਦੀ ਕੁੰਜੀ। ਇਹ ਪਿਛਲੀ ਵੀਡੀਓ ਵਿੱਚ ਆਪਾਂ ਪੜ੍ਹ ਲਈ ਸੀ। ਅੱਜ ਦੀ ਜਿਹੜੀ ਕਵਿਤਾ ਹੈ ਉਹ ਹੈ ਵਿਸਾਖੀ ਦਾ ਮੇਲਾ। ਵਿਸਾਖੀ ਦੇ ਮੇਲੇ ਦੇ ਬਾਰੇ ਦੱਸ ਦਈਏ ਕਿ ਇਹ ਪੰਜਾਬ ਦੇ ਵਿੱਚ ਇਹ ਮੇਲਾ ਉਦੋਂ ਲੱਗਦਾ ਹੈ ਜਦੋਂ ਕਣਕ ਬਿਲਕੁਲ ਪੱਕ ਜਾਂਦੀ ਹੈ, ਕਿਸਾਨ ਕਣਕ ਨੂੰ ਕੱਟਣ ਲੱਗਦਾ ਹੈ। ਉਹ 'ਤੇ ਦਾਤੀ ਲਾਉਣਾ ਸਟਾਰਟ ਕਰਦਾ ਹੈ, ਕਣਕ ਨੂੰ ਕੱਟਦਾ ਹੈ। ਤਾਂ ਉਸ ਪਹਿਲੇ ਦਿਨ ਪੂਰੇ ਪੰਜਾਬ ਵਿੱਚ ਪੰਜਾਬ ਦੇ ਕਿਸਾਨ ਖੁਸ਼ੀ ਨਾਲ ਝੂਮਦੇ ਹੈ, ਨੱਚਦੇ ਹੈ। ਜਗ੍ਹਾ 'ਤੇ ਇਹ ਮੇਲਾ ਲੱਗਦਾ ਹੈ ਅਤੇ ਇਹ ਪੂਰੇ ਪੰਜਾਬ ਦਾ ਹੀ ਬਹੁਤ ਮਸ਼ਹੂਰ ਮੇਲਾ ਹੈ। ਇਸ ਕਵਿਤਾ ਵਿੱਚ ਕਵੀ ਨੇ ਉਸੇ ਮੇਲੇ ਦਾ ਵਰਣਨ ਕੀਤਾ ਹੈ ਕਿ ਉਹ ਮੇਲੇ ਦੇ ਸਮੇਂ ਕਿਹੋ ਜਿਹਾ ਵਾਤਾਵਰਣ ਹੁੰਦਾ ਹੈ, ਮੇਲੇ ਦਾ ਕੀ ਦ੍ਰਿਸ਼ ਹੈ, ਆਸ-ਪਾਸ ਦਾ ਵਾਤਾਵਰਣ ਕਿਹੋ ਜਿਹਾ ਹੁੰਦਾ ਹੈ, ਉਹਦੇ ਬਾਰੇ ਦੱਸਿਆ ਹੈ। ਤਾਂ ਆਓ ਆਪਾਂ ਪੜ੍ਹੀਏ ਇਹਦੇ ਵਿੱਚ ਕਵੀ ਕੀ ਕਹਿਣਾ ਚਾਹੁੰਦਾ ਹੈ। ਕਵੀ ਕਹਿੰਦਾ ਹੈ, ਪੱਕ ਪਈਆਂ ਕਣਕਾਂ ਲੁਕਾਠ ਰਸਿਆ। ਕਿ ਜਿਹੜੀਆਂ ਕਣਕਾਂ ਹੈ ਉਹ ਖੇਤਾਂ ਵਿੱਚ ਬਿਲਕੁਲ ਪੱਕ ਗਈਆਂ ਹੈ। ਹੁਣ ਉਹ ਵੱਢਣ ਲਈ ਕਣਕਾਂ ਤਿਆਰ ਹੈ। ਹੁਣ ਆਪਾਂ ਉਹਨਾਂ ਕਣਕਾਂ ਨੂੰ ਕੱਟ ਸਕਦੇ ਹਾਂ। ਲੁਕਾਠ ਰਸਿਆ, ਲੁਕਾਠ ਇੱਕ ਫਲ ਹੁੰਦਾ ਹੈ ਕਿ ਲੁਕਾਠ ਦਾ ਫਲ ਵੀ ਰਸ ਨਾਲ ਭਰ ਗਿਆ ਹੈ, ਉਹ ਫਲ ਵੀ ਪੱਕ ਗਿਆ ਹੈ। ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ। ਬੂਰ ਤੋਂ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਅੰਬ ਦਾ ਰੁੱਖ ਹੁੰਦਾ ਹੈ ਉਹਦੇ ਅੰਬ ਲੱਗਣ ਤੋਂ ਪਹਿਲਾਂ ਉਹਦੇ ਛੋਟਾ ਬੂਰ ਲੱਗਦਾ ਹੈ, ਉਸ ਬੂਰ ਤੋਂ ਹੀ ਅੰਬ ਬਣਦੇ ਹੈ। ਤਾਂ ਕਵੀ ਕਹਿਣਾ ਚਾਹੁੰਦਾ ਹੈ ਕਿ ਅੰਬਾਂ ਦੇ ਰੁੱਖਾਂ ਨੂੰ, ਅੰਬਾਂ ਦੇ ਪੇੜਾਂ ਨੂੰ ਬੂਰ ਲੱਗ ਗਿਆ ਹੈ, ਯਾਨੀ ਕਿ ਹੁਣ ਅੰਬ ਦੇ ਫਲ ਵੀ ਇਹਨੂੰ ਲੱਗ ਜਾਣਗੇ। ਗੁਲਾਬ ਹੱਸਿਆ, ਗੁਲਾਬ ਦਾ ਫੁੱਲ ਹੱਸ ਰਿਹਾ ਹੈ, ਭਾਵ ਕਿ ਚਾਰੇ ਪਾਸੇ ਗੁਲਾਬ ਹੀ ਗੁਲਾਬ ਖਿੜੇ ਹੋਏ ਹਨ। ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ। ਬਹਾਰ ਕਹਿੰਦੇ ਹੈ ਰੌਣਕ ਨੂੰ, ਕਿ ਬਾਗਾਂ ਵਿੱਚ ਬਹੁਤ ਜ਼ਿਆਦਾ ਰੌਣਕ ਆਈ ਹੋਈ ਹੈ, ਬਹਾਰ ਆਈ ਹੋਈ ਹੈ। ਰੰਗ ਬਿਰੰਗੇ ਬਾਗ ਬਹੁਤ ਸੋਹਣੇ ਲੱਗ ਰਹੇ ਹੈ, ਫੁੱਲਾਂ ਨਾਲ ਔਰ ਫਲਾਂ ਨਾਲ ਲੱਦੇ ਹੋਏ ਬਾਗ ਬਹੁਤ ਹੀ ਜ਼ਿਆਦਾ ਸੋਹਣੇ ਲੱਗ ਰਹੇ ਹੈ। ਬੇਰੀਆਂ ਲਿਫਾਈਆਂ ਟਾਹਣੀਆਂ ਦੇ ਪਾਰ ਨੇ। ਬੇਰੀਆਂ ਸਮਝਦੇ ਹੋ, ਬੇਰੀ ਦਾ ਰੁੱਖ, ਬੇਰ ਖਾਣ ਵਾਲੇ ਹੁੰਦੇ ਜੋ। ਲਿਫਾਈਆਂ ਦਾ ਮਤਲਬ ਨੀਵੀਆਂ ਕਰ ਦਿੱਤੀਆਂ, ਟਾਹਣੀਆਂ ਦੇ ਪਾਰ ਨੇ। ਕਿ ਜੋ ਬੇਰੀਆਂ ਹੈ ਉਹਨਾਂ ਉੱਤੇ ਇੰਨੇ ਜ਼ਿਆਦਾ ਟਾਹਣੀਆਂ ਉੱਤੇ ਬੇਰ ਲੱਗੇ ਹੋਏ ਨੇ ਕਿ ਉਹਨਾਂ ਦੀਆਂ ਟਾਹਣੀਆਂ ਭਾਰ ਨਾਲ ਨੀਵੀਆਂ ਹੋ ਗਈਆਂ, ਝੁਕ ਗਈਆਂ ਹੈ। ਪੁੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ। ਪੁੰਗਰੀਆਂ ਦਾ ਮਤਲਬ ਫੁੱਟ ਗਈਆਂ। ਆਪਾਂ ਕੋਈ ਚੀਜ਼ ਨਹੀਂ ਲਾਉਂਦੇ, ਉਹ ਫੁੱਟਣ ਲੱਗ ਜਾਂਦੀ ਹੈ। ਜਿਵੇਂ ਕੋਈ ਫੁੱਲ ਦੀ ਕਲਮ ਲਾਉਂਦੇ ਹੋ, ਫੁੱਟ ਜਾਂਦੀ ਹੈ, ਨਿੱਕੇ ਪੱਤੇ ਕੱਢ ਲੈਂਦੀ ਹੈ। ਉਵੇਂ ਜੋ ਵੱਲਾਂ ਹੈ ਉਹ ਫੁੱਟ ਆਈਆਂ ਹੈ ਔਰ ਰੁੱਖੀ ਚੜੀਆਂ, ਯਾਨੀ ਕਿ ਰੁੱਖਾਂ ਉੱਤੇ ਚੜ੍ਹ ਗਈਆਂ ਹੈ। ਪੇੜਾਂ ਦੇ ਆਲੇ ਦੁਆਲੇ ਲਿਪਟ ਕੇ ਵੱਲਾਂ ਪੇੜਾਂ ਦੇ ਲਿਪਟ ਗਈਆਂ ਹੈ, ਉਹ ਰੁੱਖਾਂ ਦੇ ਉੱਤੇ ਚੜ੍ਹ ਗਈਆਂ ਹੈ। ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਕਿ ਕਿਤਾਬ ਦੇ ਵਿੱਚ ਫਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ ਲਿਖਿਆ ਸੀ, ਲੇਕਿਨ ਇਹ ਹੈ ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ ਲੜੀਆਂ। ਕਿ ਫੁੱਲਾਂ ਦੇ ਹੇਠ ਨਿੱਕੇ ਫਲ ਲੱਗਣ ਲੱਗ ਗਏ ਹੈ। ਹੁਣ ਪੌਦਿਆਂ ਦੇ ਜਾਂ ਰੁੱਖਾਂ ਦੇ ਫਲ ਲੱਗਣੇ ਸਟਾਰਟ ਹੋ ਗਏ ਹੈ, ਫਲਾਂ ਨੇ ਲੜੀਆਂ ਪਿਰੋ ਲਈਆਂ ਹੈ। ਸਾਈਂ ਦੀ ਨਿਗਾਹ ਜੱਗ 'ਤੇ ਸਵੱਲੀ ਹੈ। ਸਾਈਂ ਕਹਿੰਦੇ ਹੈ ਜੀ ਰੱਬ ਨੂੰ, ਪਰਮਾਤਮਾ ਨੂੰ। ਜੱਗ ਦਾ ਮਤਲਬ ਹੁੰਦਾ ਹੈ ਸੰਸਾਰ, ਸਵੱਲੀ ਦਾ ਮਤਲਬ ਚੰਗੀ, ਭਾਗਾਂ ਵਾਲੀ। ਕਿ ਉਸ ਪਰਮਾਤਮਾ ਦੀ ਨਿਗਾਹ ਇਸ ਸੰਸਾਰ ਉੱਤੇ ਬਹੁਤ ਚੰਗੀ ਹੈ, ਬਹੁਤ ਭਾਗਾਂ ਵਾਲੀ ਹੈ। ਇਸੇ ਕਰਕੇ ਹੀ ਸੰਸਾਰ ਵਿੱਚ ਇੰਨੀ ਰੌਣਕ ਛਾਈ ਹੋਈ ਹੈ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਆਪਣੀ ਪਤਨੀ ਨੂੰ ਕਹਿੰਦਾ ਕਵੀ ਕਿ ਚੱਲ ਪ੍ਰੇਮੀਏ, ਆ ਜਾ ਆਪਾਂ ਵਿਸਾਖੀ ਦਾ ਮੇਲਾ ਦੇਖ ਆਈਏ। ਦੂਰ ਥਾਂ ਵਣਜਾਰੇ ਆਏ ਨੇ। ਦੂਰ ਥਾਂ ਦਾ ਮਤਲਬ ਜਗ੍ਹਾ। ਵਣਜਾਰੇ ਹੁੰਦੇ ਆ ਜੀ ਚੂੜੀਆਂ ਵੇਚਣ ਵਾਲੇ ਜਾਂ ਸਮਾਨ ਵੇਚਣ ਵਾਲੇ। ਕਵੀ ਆਪਣੀ ਪਤਨੀ ਨੂੰ ਕਹਿੰਦਾ ਕਿ ਮੇਲੇ ਵਿੱਚ ਬਹੁਤ ਦੂਰ ਜਗ੍ਹਾ ਤੋਂ ਵਣਜਾਰੇ ਆਏ ਹੈ, ਸਮਾਨ ਵੇਚਣ ਵਾਲੇ ਆਏ ਹੈ, ਚੂੜੀਆਂ ਵੇਚਣ ਵਾਲੇ। ਸੋਹਣੇ ਕੁੰਜਾਂ ਦੇ ਫੀਤੇ ਲਿਆਏ ਨੇ। ਕੁੰਜਾਂ ਦਾ ਫੀਤੇ ਕਹਿੰਦੇ ਆ ਜੀ ਗੋਟੇ ਨੂੰ। ਕੁੜੀਆਂ ਚੁੰਨੀਆਂ ਦੇ ਆਸੇ ਪਾਸੇ ਕਿਨਾਰੀ 'ਤੇ ਗੋਟਾ ਲਾਉਂਦੀਆਂ ਨਾ, ਉਸ ਨੂੰ ਕਹਿੰਦੇ ਹੈ। ਕਿ ਉਹ ਵਣਜਾਰੇ ਬਹੁਤ ਸੋਹਣੇ ਕੁੰਜਾਂ ਦੇ ਫੀਤੇ, ਯਾਨੀ ਕਿ ਬਹੁਤ ਸੋਹਣੇ ਗੋਟੇ ਨਾਲ ਲੈ ਕੇ ਆਏ ਹੈ, ਚੁੰਨੀਆਂ ਦੇ ਲਾਉਣ ਵਾਲੇ। ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਹੈ। ਗਜਰੇ ਕਹਿੰਦੇ ਹੈ ਕੁੜੀਆਂ ਪਾਉਂਦੀਆਂ ਹੱਥਾਂ 'ਚ, ਚੂੜੀ ਤਰ੍ਹਾਂ ਹੁੰਦੇ ਆ ਮੋਟੇ। ਵੰਗਾਂ ਕਹਿੰਦੇ ਆ ਚੂੜੀਆਂ ਨੂੰ।
ਗਜਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਹੈ। ਕਿ ਮੇਲੇ ਵਿੱਚ ਇੰਨੇ ਸੋਹਣੇ ਸੋਹਣੇ ਗਜਰੇ ਤੇ ਵੰਗਾਂ ਆਈਆਂ ਹੋਈਆਂ ਹੈ, ਚੂੜੀਆਂ ਆਈਆਂ ਹੋਈਆਂ ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ, ਯਾਨੀ ਕਿ ਬਹੁਤ ਸੋਹਣੀਆਂ ਹੈ। ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਹੈ, ਯਾਨੀ ਕਿ ਮੰਡੀ ਦਾ ਮਤਲਬ ਬਾਜ਼ਾਰ, ਝੂਠੇ ਗਹਿਣਿਆਂ ਦਾ ਮਤਲਬ ਨਕਲੀ ਗਹਿਣੇ ਨਹੀਂ ਹੁੰਦੇ, ਆਰਟੀਫਿਸ਼ੀਅਲ ਹੁੰਦੇ ਹੈ। ਕਿ ਮੇਲੇ ਵਿੱਚ ਬਹੁਤ ਹੀ ਜ਼ਿਆਦਾ ਝੂਠੇ ਗਹਿਣੇ ਆਏ ਹੋਏ ਹੈ, ਆ ਜਾ ਆਪਾਂ ਵੀ ਉੱਥੋਂ ਸਮਾਨ ਖਰੀਦ ਕੇ ਲੈ ਕੇ ਆਈਏ। ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ, ਹੱਟੀ ਕਹਿੰਦੇ ਦੁਕਾਨ ਨੂੰ, ਕਿ ਮੇਲੇ ਵਿੱਚ ਬਹੁਤ ਜ਼ਿਆਦਾ ਦੁਕਾਨਾਂ ਹਲਵਾਈਆਂ ਨੇ ਲਾਈਆਂ ਹੋਈਆਂ ਨੇ, ਉੱਥੇ ਤਰ੍ਹਾਂ ਤਰ੍ਹਾਂ ਦੀਆਂ ਮਿਠਾਈਆਂ ਵੀ ਬਣ ਰਹੀਆਂ ਹੈ। ਸੈਂਕੜੋਂ ਸੁਗਾਤਾਂ ਨਾਲੇ ਹੋਰ ਆਈਆਂ, ਸੈਂਕੜੋਂ ਦਾ ਯਾਨੀ ਕਿ ਬਹੁਤ ਸਾਰੀਆਂ, ਸੁਗਾਤਾਂ ਦਾ ਮਤਲਬ ਚੀਜ਼ਾਂ ਜਾਂ ਵਸਤੂਆਂ, ਕਿ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੇਲੇ ਵਿੱਚ ਆਈਆਂ ਹੋਈਆਂ ਹੈ। ਹੱਟੀ ਹੱਟੀ ਸ਼ੌਂਕੀਆਂ ਦੀ ਭੀੜ ਖੜੀ ਏ, ਹੱਟੀ ਹੱਟੀ, ਹੱਟੀ ਕਹਿੰਦੇ ਦੁਕਾਨ ਨੂੰ, ਪਹਿਲਾਂ ਦੱਸ ਹੀ ਚੁੱਕਿਆ। ਸ਼ੌਂਕੀਆਂ ਦਾ ਮਤਲਬ ਸ਼ੌਕੀਨ ਮੁੰਡੇ ਕੁੜੀਆਂ, ਕਿ ਮੇਲੇ ਵਿੱਚ ਹਰ ਦੁਕਾਨ 'ਤੇ ਸ਼ੌਕੀਨ ਮੁੰਡੇ ਕੁੜੀਆਂ ਦੀ ਸਮਾਨ ਖਰੀਦਣ ਵਾਲਿਆਂ ਦੀ ਭੀੜ ਖੜੀ ਹੋਈ ਹੈ, ਜਾਂ ਯਾਨੀ ਕਿ ਸਮਾਨ ਖਰੀਦ ਰਹੇ ਹੈ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਇਹ ਪ੍ਰੇਮੀਏ ਆ ਜਾ ਆਪਾਂ ਵੀ ਵਿਸਾਖੀ ਦਾ ਮੇਲਾ ਦੇਖ ਆਈਏ। ਥਾਈਂ ਥਾਈਂ ਖੇਡਾਂ ਤੇ ਪੰਗੂੜੇ ਆਏ ਨੇ, ਥਾਈਂ ਥਾਈਂ ਦਾ ਮਤਲਬ ਜਗ੍ਹਾ ਜਗ੍ਹਾ 'ਤੇ, ਖੇਡਾਂ ਦਾ ਮਤਲਬ ਖੇਡਣ ਵਾਲਾ ਸਮਾਨ, ਪੰਗੂੜੇ ਦਾ ਮਤਲਬ ਪੀਂਘੇ ਨੂੰ ਕਹਿੰਦੇ ਝੂਲੇ ਝੂਟਣ ਵਾਲੇ, ਕਿ ਜਗ੍ਹਾ ਜਗ੍ਹਾ 'ਤੇ ਖੇਡਣ ਵਾਲਾ ਸਮਾਨ ਮਿਲ ਰਿਹਾ ਹੈ ਔਰ ਝੂਲੇ ਲੱਗੇ ਹੋਏ ਨੇ। ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਤਮਾਸ਼ਾ ਹੁੰਦਾ ਜੀ ਕਰਤੱਵ ਦਿਖਾਉਣਾ, ਕਿ ਜੋਗੀ ਔਰ ਮਦਾਰੀ ਜਗ੍ਹਾ ਜਗ੍ਹਾ 'ਤੇ ਕਰਤੱਵ ਦਿਖਾ ਰਹੇ ਨੇ। ਵੰਜਲੀ ਲੰਗੋਜਾ ਕਾਟੋ ਤੁੰਬਾ ਵੱਜਦੇ, ਇਹ ਜੀ ਵੰਜਲੀ ਲੰਗੋਜਾ ਕਾਟੋ ਤੁੰਬਾ ਇਹ ਉਦੋਂ ਵਜਾਏ ਜਾਂਦੇ ਹੈ ਜਦੋਂ ਮੁੰਡੇ ਕੁੜੀਆਂ ਭੰਗੜਾ ਪਾਉਂਦੇ ਹੈ, ਤਾਂ ਇੱਕ ਤਰ੍ਹਾਂ ਦੇ ਸਾਜ਼ ਹੁੰਦੇ ਹੈ। ਕਿ ਮੇਲੇ ਵਿੱਚ ਵੰਜਲੀ ਲੰਗੋਜਾ ਕਾਟੋ ਤੁੰਬਾ ਸਾਜ਼ ਵੱਜ ਰਹੇ ਹੈ, ਯਾਨੀ ਕਿ ਮੁੰਡੇ ਭੰਗੜਾ ਵੀ ਪਾ ਰਹੇ ਹੈ ਮੇਲੇ ਦੇ ਵਿੱਚ। ਛਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਛਿੰਝ ਕਹਿੰਦੇ ਆ ਜੀ ਜਿੱਥੇ ਪਹਿਲਵਾਨ ਕੁੜਦੇ ਆ, ਕੁਸ਼ਤੀ ਕਰਦੇ ਆ ਉਸ ਨੂੰ। ਸੂਰੇ ਦਾ ਮਤਲਬ ਸ਼ੂਰਵੀਰ, ਤਕੜੇ, ਤਾਕਤਵਰ, ਪਹਿਲਵਾਨ ਸਮਝਦੇ ਹੋ। ਗਜਦੇ ਦਾ ਮਤਲਬ ਲਲਕਾਰਦੇ, ਕਿ ਅਖਾੜੇ ਦੇ ਵਿੱਚ ਪਹਿਲਵਾਨ ਕੁਸ਼ਤੀ ਕਰ ਰਹੇ, ਤਾਕਤਵਰ ਪਹਿਲਵਾਨ ਆਪਸ 'ਚ ਕੁਸ਼ਤੀਆਂ ਕਰ ਰਹੇ ਹੈ, ਇੱਕ ਦੂਜੇ ਨੂੰ ਲਲਕਾਰ ਰਹੇ ਹੈ। ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਰੌਲਾ ਕਹਿੰਦੇ ਆ ਸ਼ੋਰ ਨੂੰ, ਆਵਾਜ਼, ਜੱਗ ਦਾ ਮਤਲਬ ਸੰਸਾਰ। ਮੇਲੇ ਵਿੱਚ ਇੰਨਾ ਰੌਲਾ ਪੈ ਰਿਹਾ ਹੈ, ਇੰਨਾ ਸ਼ੋਰ ਹੋ ਰਿਹਾ ਹੈ ਕਿ ਐਂ ਲੱਗਦਾ ਹੈ ਸਾਰੇ ਸੰਸਾਰ ਦਾ ਰੌਲਾ ਇਕੱਠਾ ਹੋ ਕੇ ਆ ਗਿਆ ਹੋਵੇ। ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕਿ ਮੇਲੇ ਵਿੱਚ ਇੰਨੀ ਭੀੜ ਹੈ ਜਦੋਂ ਤੁਰਦੇ ਹਾਂ ਤਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਟਕਰਾਉਂਦਾ ਹੈ। ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਕੋਹਾਂ ਦਾ ਮਤਲਬ ਹੁੰਦਾ ਬਹੁਤ ਸਾਰੀ ਜਗ੍ਹਾ, ਕਿ ਇਹ ਮੇਲਾ ਬਹੁਤ ਸਾਰੀ ਖੁੱਲ੍ਹੀ ਜਗ੍ਹਾ 'ਤੇ ਲੱਗਿਆ ਹੈ। ਮੇਲੇ ਨੇ ਬਹੁਤ ਸਾਰੀ ਜਗ੍ਹਾ ਮੱਲ ਰੱਖੀ ਹੈ, ਮੱਲੀ ਦਾ ਮਤਲਬ ਰੋਕ ਰੱਖੀ ਹੈ, ਕਿ ਮੇਲੇ ਨੇ ਬਹੁਤ ਸਾਰੀ ਜਗ੍ਹਾ ਰੋਕ ਰੱਖੀ ਹੈ। ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ, ਕਿ ਇਹ ਪ੍ਰੇਮੀਏ, ਇਹ ਮੇਰੀ ਪਤਨੀ, ਆ ਜਾ ਆਪਾਂ ਮੇਲਾ ਵੇਖ ਆਈਏ। ਬਾਲ ਬੁੱਢੇ ਗੱਭਰੂ ਮੇਲੇ 'ਚ ਆਏ ਨੇ, ਬਾਲ ਦਾ ਮਤਲਬ ਛੋਟੇ ਬੱਚੇ, ਬੁੱਢੇ ਦਾ ਮਤਲਬ ਵਰਧ, ਗੱਭਰੂ ਦਾ ਮਤਲਬ ਜਵਾਨ ਮੁੰਡੇ ਕੁੜੀਆਂ ਮੇਲੇ, ਕਿ ਮੇਲੇ ਵਿੱਚ ਛੋਟੇ ਬੱਚੇ ਵੀ ਹੈ, ਬੁੱਢੇ ਵੀ ਹੈ, ਜਵਾਨ ਗੱਭਰੂ ਮੁੰਡੇ ਕੁੜੀਆਂ ਸਾਰੇ ਆਏ ਨੇ। ਟੁੰਬ ਟੁੰਬ ਰੀਝਾਂ ਨੇ ਸਾਰੇ ਜਗਾਏ ਨੇ, ਟੁੰਬ ਟੁੰਬ ਦਾ ਮਤਲਬ ਹੁੰਦਾ ਆਪਣੇ ਮਨ ਦੇ ਅੰਦਰੋਂ ਹੀ ਅੰਦਰੀ ਚਾਹ ਹੁੰਦੀ ਨਾ, ਫੀਲਿੰਗਾਂ, ਕਿ ਹਰ ਇੱਕ ਦੇ ਮਨ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਚਾਅ ਹੈ ਕਿ ਆਹ ਸਮਾਨ ਖਰੀਦਾਂਗੇ, ਆਹ ਕੁਛ ਖਰੀਦਾਂਗੇ, ਉਹ ਲਵਾਂਗੇ, ਠੀਕ ਹੈ। ਹਰ ਇੱਕ ਦੇ ਮਨ ਵਿੱਚ ਰੀਝਾਂ ਹੈ, ਉਮੀਦਾਂ ਹੈ। ਭਾਂਤੋਂ ਭਾਂਤ ਦਿਲ ਭਾਂਤੋਂ ਭਾਂਤ ਮਾਲ ਨੇ, ਭਾਂਤੋਂ ਭਾਂਤ ਦਾ ਮਤਲਬ ਹੁੰਦਾ ਵੱਖੋ ਵੱਖਰੇ, ਅੱਡੋ ਅੱਡ ਦੇ, ਕਿ ਹਰ ਇੱਕ ਦੇ ਅੱਡੋ ਅੱਡ ਦੇ ਦਿਲ ਨੇ ਔਰ ਅੱਡੋ ਅੱਡ ਦੇ ਮਾਲ, ਯਾਨੀ ਕਿ ਸਮਾਨ, ਅੱਡੋ ਅੱਡ ਦਾ ਸਮਾਨ ਲੱਭ ਰਹੇ ਨੇ। ਦਿਲ ਵੀ ਅੱਡੋ ਅੱਡ ਦੇ ਨੇ ਸਾਰਿਆਂ ਦੇ ਔਰ ਅੱਡੋ ਅੱਡ ਦਾ ਸਮਾਨ ਲੱਭ ਰਹੇ ਨੇ ਸਾਰੇ ਮੇਲੇ 'ਚੋਂ। ਟੋਲ ਰਹੇ ਆਪੋ ਆਪਣਾ ਖਿਆਲ ਨੇ, ਟੋਲ ਰਹੇ ਦਾ ਮਤਲਬ ਦੇਖ ਰਹੇ, ਆਪੋ ਆਪਣੇ ਖਿਆਲ ਨੇ, ਖਿਆਲ ਦਾ ਮਤਲਬ ਸੋਚ, ਕਿ ਆਪਣੀਆਂ ਸੋਚਾਂ ਦੇ ਅਨੁਸਾਰ ਜਿਹੋ ਜਿਹਾ ਸਮਾਨ ਚਾਹੀਦਾ ਉਹੋ ਜਿਹਾ ਸਮਾਨ ਸਾਰੇ ਦੇਖ ਰਹੇ ਨੇ। ਮੇਲੇ ਦੀ ਬਹਾਰ ਇਹ ਤਿਕਾਲਾਂ ਤੀਕ ਹੈ, ਬਹਾਰ ਦਾ ਮਤਲਬ ਰੌਣਕ, ਤਿਕਾਲਾਂ ਦਾ ਮਤਲਬ ਸ਼ਾਮ, ਤੀਕ ਦਾ ਮਤਲਬ ਤੱਕ, ਕਿ ਇਹ ਜਿਹੜੀ ਮੇਲੇ ਦੀ ਰੌਣਕ ਹੈ ਨਾ, ਇਹ ਕੇਵਲ ਸ਼ਾਮ ਤੱਕ ਹੀ ਹੈ, ਸ਼ਾਮ ਨੂੰ ਮੇਲਾ ਖਤਮ ਹੋ ਜਾਣਾ ਹੈ। ਸੌਦਾ ਲੈ ਵਿਹਾਜ ਜਿਹਦੀ ਜੋ ਤਫੀਕ ਹੈ, ਸੌਦਾ ਦਾ ਮਤਲਬ ਸਮਾਨ, ਵਿਹਾਜ ਦਾ ਮਤਲਬ ਖਰੀਦ ਲੈ, ਕਿ ਤੂੰ ਜਿੰਨਾ ਚਾਹੀਦਾ ਹੈ ਸਮਾਨ ਖਰੀਦ ਲੈ। ਜਿਹਦੀ ਜੋ ਤਫੀਕ ਹੈ, ਤਫੀਕ ਦਾ ਮਤਲਬ ਹੁੰਦਾ ਹੈਸੀਅਤ, ਕਿ ਜਿਹਦੀ ਜਿੰਨੀ ਕੁ ਹੈਸੀਅਤ ਹੈ ਉਹ ਆਪਣੀ ਹੈਸੀਅਤ ਦੇ ਅਨੁਸਾਰ ਸਮਾਨ ਖਰੀਦ ਰਿਹਾ ਹੈ, ਠੀਕ ਹੈ। ਯਾਨੀ ਕਿ ਜਿਹਦੇ ਕੋਲ ਜਿੰਨੇ ਕੁ ਪੈਸੇ ਹੈ, ਆਪਦੇ ਪੈਸਿਆਂ ਦੇ ਹਿਸਾਬ ਨਾਲ ਉਹ ਮੇਲੇ 'ਚੋਂ ਸੌਦਾ ਖਰੀਦ ਰਹੇ ਹੈ, ਸਮਾਨ ਖਰੀਦ ਰਹੇ ਹੈ। ਵਿਹਾਜ ਦਾ ਮਤਲਬ ਖਰੀਦਣਾ, ਤਫੀਕ ਦਾ ਮਤਲਬ ਹੈਸੀਅਤ। ਪਲੋ ਪਲੀ ਵਿੱਚ ਹੋਣੀ ਚਲੋ ਚੱਲੀਏ,
कि थोड़ी जी देर बाद मेले ने ख़त्म हो जाना है, फिर सारे ऐ कहन लग जाएंगे कि चलो आपो अपने घरे चलीए, चल नी प्रेमीए विसाखी चलीए। इसलिए ये मेरी प्रेमी जल्दी तैयार हो जा तू, आपां भी मेले की रौनक वेख आईए, मेले का आनंद ले आईए। तो इस कविता दे विच विसाखी के मेले का वर्णन किया सी जी कवि ने। अगर कोई चीज़ ना समझ आवे तुसीं कॉमेंट 'च दस दिओ, या किसी शब्द का अर्थ ना समझ आवे। उस तो जी अगे एक कविता है वो है नवीं बहार। ये कवि की कहता है, ये कवि ने वर्णन किया है जो आज़ादी तो बाद जो अपने भारत में हुण दा समा है, हुण दी स्थिति का वर्णन किया है। कवि की कहता है, नवीओ नवीं बहार समय दी नवीओ नवीं बहार। बहार का मतलब थोड़ा पता ही रौनक, कि आज़ादी तो पिछों का जो भारत देश है वो बिल्कुल बदलिया जा लगता है, सारा कुछ नवा नवा है, सारी कुछ जी जिन्नी भी इतने रौनक लगी हुई है सारी नवी है। नवी हिस्टरी नवे फसाने, हिस्टरी कहते इतिहास नूं, फसाने कहते किस्से कहानियाँ, कि इत्थों का इतिहास भी नवा नवा है और जो इतने किस्से कहानियाँ सुनने नूं मिलते हैं वो भी नवे नवे है। नवे शिकारी नवे निशाने, कि सारे शिकारी भी नवे हैं और वो नवे तरीके नाल ही निशाने लगा रहे हैं। नवे चिराग नवे परवाने, चिराग कहते दी दीवे नूं, परवाने कहते मर मिटन वाले, कि जो इत्थे चिराग जल रहे हैं, दीवे जल रहे हैं, वो भी नवे नवे हैं और उस उत्ते मर मिटन वाले जो परवाने हैं वो भी नवे नवे हैं। नवे नवे दिलदार, सारा कुछ इत्थे नवा नवा है। समय दी नवीओ नवी बहार, जो टाइम है ये बिल्कुल बदलिया जा लगता है, सारा कुछ इत्थे नवा नवा जापदा है। माशूकां दी चाल पुरानी, माशूक कहते प्रेमिका नूं, कि माशूकां दी चाल पुरानी, लेकिन इस कविता विच माशूक क्या गया है अपने अजकल के जिहड़े राजनेता है उन्होंने, कि अजकल के राजनेतावां दी भी पहलां वर्गी पुरानी चाल है, गल्लां नाल रिड़कना पानी, कि वो केवल गल्लां ही करते हैं, काम नहीं कोई करते। ठीक है, अज के राजनेता लोग उन्होंने उही पुरानी चाल है, गल्लां नाल रिड़कना पानी, कि वो केवल गल्लां ही करते रहते हैं, किसी वादे ते खरे नहीं उतरते। ना मरना ना मंजी चाणी, ना तो कोई काम नूं सिरे लाउंदे है, ना किसी बारे कोई गल चंगी तरह दसते हैं। लाई रखनी लार, बस केवल जनता नूं लारा लाई रखते हैं। ठीक है, समय दी नवीओ नवी बहार, अजकल का समा बिल्कुल बदल गया है, सारा समा बिल्कुल नवा नवा जापदा है। नवी किस्म की अमन पसंदी, अमन का मतलब है शांति, कि जिहड़ी इत्थे शांति फैली हुई है वो भी बिल्कुल नवी है। जीभ कलम की नाकाबंदी, जीभ का मतलब होंदा जी बोलना, कलम का मतलब लिखना, नाकाबंदी का मतलब रोकना, कि जिहड़ा कोई सच बोलता है या सच लिखण की कोशिश करता है उसनूं रोक दिता जाता है, उस ते नाकाबंदी है अजकल के टाइम विच। आज़ादी के सिर ते लटके ताकत की तलवार, जो कोई आज़ाद रहना चाहता है तो उसनूं ढंग नाल आज़ाद नहीं रहन दिता जाता, उहदे सिर ते ताकत की तलवार लटकती है। ताकत का मतलब है हुकूमत, वड्डे लोगों का राज चलता है, वो किसी नूं ढंग नाल जीण नहीं दिंदे या जिवें उन्हां दे मन विच आउंदा है उवें कराउंदे है। समय की नवीओ नवी बहार, कि अजकल का समा बिल्कुल बदल गया है, इहदी जिहड़ी बहार है, इहदी रौनक है, सब नवी है। इस कविता विच अज दे वातावरण के बारे दस्सिया सी कि अज दा वातावरण बिल्कुल बदल गया है, सारा कुछ नवा है। अजकल के जिहड़े राजनेता है वो किसी वादे ते खरे नहीं उतरते, जिहड़ा कोई सच बोलता है या सच लिखता है उहदे ते रोक ला दिंदे है या उस आदमी का वो शोषण करते हैं, उस दे बारे इस कविता विच दस्सिया गया सी। अगे इस दे प्रश्न उत्तर है जी, सुख नींदे जी सुत्ता चाहे वशना पई अमीरां दे प्रसंग व्याख्या करनी है, पहला समझाई हुई है थोनों पिछलियां कवितावां विच। ठीक है, पहला इसका प्रसंग लिख देना है कि यह काव टोटा साडी पंजाबी की पाठ पुस्तक साहित्य सुगंधियां विच दर्ज कविता सुखी जीवन की कुंजी विचों लिया गया है। इसके कविता निराम चरित्रिक है। ठीक है, इस विच कवि ने दस्सिया है कि अगर आदमी नूं सुखी रहना चाहना है तो उन्होंने अमीरां की गुलामी नहीं करनी चाहिए। सेम दूसरा पंजाबी बोली के बारे है। उस तो बाद है नवी बहार कविता का केंद्री भाव लिखो। तो केंद्री भाव वही है जो तुहानूं पिछे दस्सिया है कि अजकल का जमाना बिल्कुल बदल गया है, सारा कुछ नवा नवा है। सुखी जीवन की कुंजी कविता विच आए विचारां नूं स्पष्ट करके लिखो। तो सुखी जीवन की कविता पिछे पढ़ी चुके हैं, वो जिहड़े विचार आए वो विचार लिख देने हैं। विसाखी का मेला कविता का सार लिखो। तो विसाखी के मेले में जो मेले के बारे पढ़िया है वो सारा कुछ उतार देना है। बोली है पंजाबी साडी काव रचना की सुनेहा दिंदी है, की मैसेज दिंदी है। सुनेहे का मतलब मैसेज, ये सानू ये संदेश दिंदी है कि सानू पंजाबी बोली की कदर करनी चाहिए है, उन्होंने कदे भुलाना नहीं चाहिए, वो अपनी माँ बोली है। ठीक है जी, अगर क्लास चंगी लगी हो तो लाइक तो शेयर इनू जरूर करो। कोई ना चीज़ समझ आए कमेंट में लिख दो। बाकी जिन्नियां बचियां क्लासां है वो बहुत जल्दी ही अपलोड कर दी जाएगियां। धन्यवाद।